हालेलुया। हालेलुया। परमेश्वर धन्यवाद है कि खुदा ने काफी लंबे समय तो बाद फिर ਅੱਜ ਇੱਕ ਮੌਕਾ ਦਿੱਤਾ ਕਿ ਆਪਾਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਵਧੀਆ ਖੁਦਾ ਦੇ ਵਿੱਚ ਕੁਝ ਕਾਰਿਆ ਕਰੀਏ। ਪਰਮੇਸ਼ਵਰ ਦੇ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਬੜੇ ਧਿਆਨ ਦੇ ਨਾਲ ਇਹਨਾਂ ਚੀਜ਼ਾਂ ਨੂੰ ਸਿੱਖਾਂਗੇ। ਪਵਿੱਤਰ ਆਤਮਾ ਜੋ ਵੀ ਅੱਜ ਦਾ ਮੈਨੂੰ ਜਲਦੀ ਇੱਕ ਵਚਨ ਦਿੱਤਾ ਆ, ਉਸ ਤੋਂ ਅਸੀਂ ਸਿੱਖਾਂਗੇ ਕਿ ਪਰਮੇਸ਼ਵਰ ਸਾਨੂੰ ਕੀ ਕਰਨਾ ਚਾਹੁੰਦਾ। ਕਈ ਵਾਰੀ ਅਸੀਂ ਪਰਮੇਸ਼ਵਰ ਦੇ ਵਿੱਚ ਵਧਣਾ ਚਾਹੁੰਦੇ ਆ, ਪਰਮੇਸ਼ਵਰ ਵਿੱਚ ਵੱਧ ਫੁੱਲ ਕੇ ਅੱਗੇ ਵਧਣਾ ਚਾਹੁੰਦੇ ਆ, ਬਟ ਕਈ ਵਾਰੀ ਸਾਡੇ ਜੀਵਨ ਦੇ ਵਿੱਚ ਬਹੁਤ ਸਾਰੀਆਂ ਏਦਾਂ ਦੀਆਂ ਕਮੀਆਂ ਜਾਂ ਏਦਾਂ ਦੀਆਂ ਚੀਜ਼ਾਂ ਹੁੰਦੀਆਂ ਜਿਹੜੀਆਂ ਸਾਨੂੰ ਵਧਣ ਤੋਂ ਰੋਕਦੀਆਂ। ਕਈ ਵਾਰੀ ਮੈਂ ਇੱਕ ਦਿਨ ਕਿਸੇ ਪਾਸਟਰ ਦੇ ਨਾਲ ਗੱਲ ਕਰ ਰਿਹਾ, ਕਹਿੰਦਾ ਪਾਸਟਰ ਜੀ ਤੁਸੀਂ ਇੰਡੀਆ 'ਚ ਵੀ ਕੰਮ ਵਧੀਆ ਸੀ। ਮੈਂ ਕਿਹਾ ਚਲੋ ਪਰਮੇਸ਼ਵਰ ਦੀ ਕੋਈ ਨਾ ਕੋਈ ਯੋਜਨਾ ਹੁੰਦੀ ਆ। ਦੇਖੋ ਕਹਿੰਦੇ ਕੋਈ ਵੀ ਬੰਦਾ ਆ ਅੱਗੇ ਵਧਣ ਦੇ ਲਈ ਕਈ ਵਾਰੀ ਸਾਡੇ ਘਰ ਦੀਆਂ ਮਜਬੂਰੀਆਂ ਜਿਹੜੀਆਂ ਨਾ, ਸੇਵਕਾਈ ਦੇ ਵਿੱਚ ਖਾਸ ਕਰਕੇ ਸਾਡੇ ਘਰ ਦੇ ਜਿਹੜੇ ਮਜਬੂਰੀਆਂ ਨੇ ਸਾਨੂੰ ਉਹ ਥੋੜਾ ਬੈਕ ਲੈ ਕੇ ਜਾਂਦੀਆਂ, ਪਰ ਵੱਧਦੇ ਆ ਅਸੀਂ, ਖੁਦਾ ਟਾਈਮ ਟੂ ਟਾਈਮ ਵਧਾਉਂਦਾ ਆ। ਪਰ ਜਿਹੜੀ ਖੁਦਾ ਦੀ ਯੋਜਨਾ ਹੁੰਦੀ ਨਾ, ਉਹ ਸਾਡੇ ਲਈ ਬਹੁਤ ਅਦਭੁਤ ਹੁੰਦੀ ਆ। ਹਾਲੇਲੂਇਆ। ਤੁਸੀਂ ਜੋ ਕੁਝ ਵੀ ਖੁਦਾ ਦੇ ਲਈ ਕਰੋਗੇ ਨਾ, ਖੁਦਾ ਦਾ ਪ੍ਰਤੀਫਲ 100 ਨਹੀਂ, ਲੱਖ ਨਹੀਂ, ਕਰੋੜਾਂ ਨਾ, ਅਰਬਾਂ ਨਾ ਤੁਹਾਨੂੰ ਤੇ ਮੈਨੂੰ ਵਾਪਸ ਕਰਨਾ ਚਾਹੁੰਦਾ। ਖੁਦਾ ਤੁਹਾਨੂੰ ਤੇ ਮੈਨੂੰ ਛੋਟੀ ਜੀ ਬਲੈਸਿੰਗ ਨਹੀਂ ਕਰਨਾ ਚਾਹੁੰਦਾ। ਖੁਦਾ ਬਹੁਤ ਹਾਈ ਲੈਵਲ ਤੇ ਸਾਨੂੰ ਬਲੈਸ ਕੀਤਾ ਹੋਇਆ ਖੁਦਾ ਨੇ। ਅੱਜ ਹੀ ਨਹੀਂ, ਜਦੋਂ ਅਸੀਂ ਪੈਦਾ ਵੀ ਨਹੀਂ ਨਾ ਹੋਏ ਉਦੋਂ ਤੋਂ ਖੁਦਾ ਨੇ ਸਾਨੂੰ ਬਲੈਸ ਕਰ ਦਿੱਤਾ ਹੋਇਆ। ਖੁਦਾ ਨੇ ਉਸ ਟਾਈਮ ਤੋਂ ਸਾਨੂੰ ਆਸ਼ੀਸ਼ ਦੇ ਨਾਲ ਲਿਖਿਆ ਹੋਇਆ ਸੀ। ਅਸੀਂ ਉਹ ਲੋਕ ਆ ਜਿਹੜੇ ਜਿੰਦਾ ਸਾਮਰਥੀ ਖੁਦਾ ਨੂੰ ਮੰਨਦੇ ਆ, ਜਿਹੜੇ ਕਈ ਵਾਰੀ ਅਸੀਂ ਦੁਆ ਵੀ ਕਰਦੇ ਆ, ਪ੍ਰਭੂ ਸਾਨੂੰ ਏਲੀਆ ਦਾ, ਅਲੀਸ਼ਾ ਦਾ ਦੁੱਗਣਾ ਮਸਾ ਦੇ। ਪਰ ਦੁੱਗਣਾ ਮਸਾ ਪਾਉਣ ਦੇ ਲਈ ਸਾਨੂੰ ਕਰਨਾ ਕੀ ਆ? ਡਬਲ ਪੋਰਸ਼ਨ, ਡਬਲ ਪਾਵਰ, ਡਬਲ ਬਲੈਸਿੰਗ, ਡਬਲ ਪਰਮੇਸ਼ਵਰ ਦੇ ਲਈ ਕੰਮ ਕਰ ਲਈ, ਡਬਲ ਪ੍ਰੇਅਰ, ਡਬਲ ਪਰਮੇਸ਼ਵਰ ਦੀ ਕਲੀਸਿਆ, ਡਬਲ ਸਾਰਾ ਕੁਝ ਹੋਣਾ ਚਾਹੀਦਾ। ਪਰ ਡਬਲ ਕਰਨ ਦੇ ਲਈ ਸਾਨੂੰ ਪਰਮੇਸ਼ਵਰ ਦੇ ਲਈ ਉਦਾਂ ਦਾ ਕੁਝ ਕਰਨ ਦੀ ਜ਼ਰੂਰਤ ਆ। ਪਰਮੇਸ਼ਵਰ ਦੇ ਲਈ ਕੁਝ ਏਦਾਂ ਦਾ ਕਰਨ ਦੀ ਜ਼ਰੂਰਤ ਆ ਕਿ ਪਰਮੇਸ਼ਵਰ ਤੁਹਾਨੂੰ ਆ ਕੇ ਪੁੱਛੇ। ਕੁਝ ਕਹਿਣ ਦੀ ਜ਼ਰੂਰਤ ਨਹੀਂ ਆ, ਤੁਹਾਨੂੰ ਖੁਦਾ ਆ ਕੇ ਕਵੇ ਮੇਰੇ ਬੇਟੇ ਬੋਲ ਤੈਨੂੰ ਚਾਹੀਦਾ ਕੀ ਆ। ਤੁਹਾਨੂੰ ਖੁਦਾ ਪੁੱਛੇ ਤੇ ਕਿੰਨੀ ਅਦਭੁਤ ਆ। ਕਈ ਵਾਰੀ ਅਸੀਂ ਚਲਾ ਕੇ ਪ੍ਰਭੂ ਸਾਨੂੰ ਇਹ ਦੇ ਦੇ, ਪਰ ਮੈਂ ਦੱਸਣਾ ਚਾਹੁੰਦਾ ਕਿ ਪਰਮੇਸ਼ਵਰ ਦਾ ਕੋਈ ਨਾ ਕੋਈ ਕੰਮ ਏਦਾਂ ਦਾ ਹੁੰਦਾ, ਕੁਝ ਟਾਈਮ 'ਚ ਪਰਮੇਸ਼ਵਰ ਟਾਈਮਿੰਗ ਦੇ ਹਿਸਾਬ ਨਾਲ ਸਾਨੂੰ ਨਾ ਖੜਾ ਕਰਨਾ ਚਾਹੁੰਦਾ। ਅਸੀਂ ਜੇ ਆਪਣੀ ਸ਼ਕਤੀ ਨਾਲ ਵਧਾਂਗੇ ਨਾ ਤੇ ਕਦੀ ਵੱਧ ਨਹੀਂ ਸਕਦੇ। ਵਧਾਉਂਦਾ ਵੀ ਉਹ ਆ ਤੇ ਘਟਾਉਂਦਾ ਵੀ ਉਹੀ ਆ। ਲਾਉਂਦਾ ਕੋਈ ਆ ਤੇ ਪਾਣੀ ਕੋਈ ਪਾਉਂਦਾ, ਤੇ ਵਧਾਉਣ ਵਾਲਾ ਸਿਰਫ ਪਰਮੇਸ਼ਵਰ ਆ। ਉਸ ਤੋਂ ਇਲਾਵਾ ਕੋਈ ਦੁਨੀਆ ਦੀ ਤਾਕਤ ਤੁਹਾਨੂੰ ਨਾ ਵਧਾ ਸਕਦੀ ਆ ਤੇ ਨਾ ਘਟਾ ਸਕਦੀ ਆ। ਹਾਲੇਲੂਇਆ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਨਾ ਘਟਾ ਸਕਦੀ ਆ ਤੇ ਨਾ ਵਧਾ ਹੀ ਸਕਦੀ। ਕੋਈ ਕਹਿੰਦਾ ਨਾ, ਕਈ ਲੋਕੀ ਉਹ ਮੇਰੇ ਉੱਤੇ ਏਦਾਂ ਹੋ ਗਿਆ ਤਾਂ ਕਰਕੇ, ਨਾ, ਜੇ ਖੁਦਾ ਨਾ ਘਟਾਵੇ ਤਾਂ ਕੋਈ ਘਟ ਨਹੀਂ ਸਕਦਾ। ਉਹ ਕਈ ਵਾਰੀ ਪੰਜਾਬੀ ਚ ਓਦਾਂ ਵੀ ਕਹਾਵਤ ਪਾਉਂਦੇ ਨਾ, ਖੁਦਾ ਹੀ ਆ, ਉਹ ਕੱਖ ਤੋਂ ਲੱਖ ਬਣਾਉਂਦਾ ਤੇ ਲੱਖ ਤੋਂ ਕੱਖ ਬਣਾ ਦਿੰਦਾ ਆ। ਇਹ ਖੁਦਾ ਦਾ ਕੰਮ ਆ, ਇਹ ਕਿਸੇ ਇਨਸਾਨ ਦਾ ਨਹੀਂ ਆ। ਪਰਮੇਸ਼ਵਰ, ਅੱਜ ਅਸੀਂ ਪਰਮੇਸ਼ਵਰ ਦੇ ਵਚਨ ਦੇ ਵਿੱਚੋਂ ਸਿੱਖਾਂਗੇ ਕਿ ਅਸੀਂ ਡਬਲ ਪੋਰਸ਼ਨ, ਡਬਲ ਪਾਵਰ, ਡਬਲ ਕਿੱਦਾਂ ਪਰਮੇਸ਼ਵਰ ਨੇ ਸਾਨੂੰ ਕੀਤਾ ਹੋਇਆ, ਕਿੱਦਾਂ ਅਸੀਂ ਵੱਧ ਸਕਦੇ ਹਾਂ, ਕਿੱਦਾਂ ਅਸੀਂ ਪ੍ਰਭੂ ਦੇ ਵਿੱਚ ਸਾਮਰਥੀ ਬਣ ਸਕਦੇ ਹਾਂ। ਜਦੋਂ ਤੁਸੀਂ ਪ੍ਰਭੂ ਦੇ ਵਚਨ ਨੂੰ ਬੜੇ ਅਦਬ ਦੇ ਨਾਲ ਲਓਗੇ, ਜਦੋਂ ਤੁਸੀਂ ਕੀ ਕਰਾਂ हिंदी च ओके, जब हम प्रभु को अपना जीवन पूरा समर्पित कर देते हैं तो परमेश्वर चाहता है हमारे ऊपर 100 गुना ब्लेसिंग आए। हमारे ऊपर परमेश्वर की जो सामर्थ है बहुत ही अद्भुत रीति से आए। जब परमेश्वर आपको छूना शुरू कर देते ना, तब आपके अंदर कुछ कुछ काम होने शुरू हो जाते हैं। आइए मेरे साथ एक परमेश्वर का वचन पढ़ना, यूहन्ना की इंजील जॉन चैप्टर 15 का 1 से और 2 पढ़ना, 3 तक हम देखेंगे। वैसे सब हम जानते हैं परमेश्वर के वचन को, तो फिर भी मैं आपके लिए पंजाबी में पढ़ देता हूँ। प्रभु यीशु मसीह ने कहा, मैं सच्ची अंगूरों की बेल हूँ ਅਤੇ ਮੇਰਾ ਪਿਤਾ ਬਾਗਵਾਨ ਹੈ। ਹਰ ਇੱਕ ਟਾਹਣੀ ਜਿਹੜੀ ਮੇਰੇ ਵਿੱਚ ਹੈ ਉਹ ਫਲ ਨਹੀਂ ਦਿੰਦੀ, ਉਹ ਉਸ ਨੂੰ ਲਾਹ ਸੁੱਟਦਾ ਹੈ, ਅਤੇ ਹਰ ਇੱਕ ਜੋ ਫਲ ਦਿੰਦੀ ਹੈ ਉਹ ਉਸ ਨੂੰ ਛਾਂਗਦਾ ਹੈ ਤਾਂ ਜੋ ਹਰ ਕੋਈ ਫਲ ਦੇਵੇ। ਤੁਸੀਂ ਤਾਂ ਉਸ ਵਚਨ ਕਰਕੇ ਜੋ ਮੈਂ ਤੁਹਾਨੂੰ ਕਿਹਾ ਹੈ
ਸਾਫ਼ ਹੋ ਚੁੱਕੇ ਹੋ। ਤੁਸੀਂ ਮੇਰੇ ਵਿੱਚ ਅਤੇ ਤੁਸੀਂ ਮੇਰੇ ਵਿੱਚ ਤੇ ਮੈਂ ਤੁਹਾਡੇ ਵਿੱਚ। ਹਾਲੇਲੂਇਆ। ਜਿਹੜੀ ਟਾਹਣੀ ਉਹਦੇ ਵਿੱਚ ਰਹਿੰਦੀ ਆ, ਪਿਤਾ ਬਾਗਵਾਨ ਆ। ਹੁਣ ਪਿਤਾ ਬਾਗਵਾਨ ਆ ਤੇ ਪਰਮੇਸ਼ਵਰ ਹੀ ਬਲੈਸ ਕਰ ਸਕਦਾ। ਏਲੀਆ ਦਾ ਪਰਮੇਸ਼ਵਰ ਹੀ ਅਲੀਸ਼ਾ ਨੂੰ ਬਲੈਸ ਕਰ ਸਕਦਾ ਹੈ। ਇੱਥੇ 5 ਆਇਤ ਬੜੀ ਖਾਸ ਆ, ਕਹਿੰਦਾ ਅੰਗੂਰਾਂ ਦੀ ਵੇਲ ਤਾਂ ਮੈਂ ਹਾਂ, ਤੁਸੀਂ ਟਾਹਣੀਆਂ ਹੋ। ਜੋ ਮੇਰੇ ਵਿੱਚ ਰਹਿੰਦਾ ਹੈ ਅਤੇ ਮੈਂ ਉਸ ਵਿੱਚ, ਸੋਈ ਬਹੁਤਾ ਫਲ ਦਿੰਦਾ ਹੈ। ਕਿਉਂ ਜੋ ਮੇਥੋਂ ਵੱਖਰੇ ਹੋ ਕੇ ਤੁਸੀਂ ਕੁਝ ਨਹੀਂ ਕਰ ਸਕਦੇ। ਹਾਲੇਲੂਇਆ। ਕਹਿੰਦਾ ਮੇਰੇ ਤੋਂ ਵੱਖਰੇ ਹੋ ਕੇ ਹੁਣ ਤੁਸੀਂ ਕੁਝ ਨਹੀਂ ਕਰ ਸਕਦੇ। ਮੈਂ ਇਹਦੇ ਉੱਤੇ ਨਾ ਇੱਕ ਹੋਰ ਗੱਲ ਜੋੜਨਾ ਚਾਹੁੰਦਾ ਕਿ ਜਿੰਨਾ ਚਿਰ ਅਸੀਂ ਪ੍ਰਭੂ ਦੇ ਵਿੱਚ ਆ ਨਾ, ਉਹਨਾਂ ਚਿਰ ਹੀ ਸਾਮਰਥੀ ਆ। ਉਹ ਤੋਂ ਬਿਨਾ नथिंग, ਉਹਦੇ ਤੋਂ बिना हम जीरो हैं। उसके बिना हम कुछ भी नहीं है। उसके बिना हम कुछ कर ही नहीं सकते। लेकिन यहां क्या लिखा है, इंग्लिश में ऐसे लिखा है कि मल्टीप्लाई, मल्टीप्लाई जहां ब्लेसड, जहां ब्लेसिंग, जहां परमेश्वर का अनुग्रह, जहां परमेश्वर का ग्रेस, जो परमेश्वर आपको बढ़ाना चाहता है ना, वो आपको बहुत ऊपर लेके जाना चाहता है। परमेश्वर की योजना आपके लिए छोटी नहीं है। परमेश्वर की योजना आज और कल और युगों युग आपके लिए बहुत बड़ी है। आप परमेश्वर में बढ़ना चाहते हैं, परमेश्वर के आगे बढ़ना चाहते हैं, लेकिन उससे पहले आपको एक विजन बनाना पड़ेगा। जैसा आपका विजन है ना, खुदा उसी के मुताबिक आपके ऊपर काम करता है। आपका विजन 100 लोगों का है ना, आप 100 तक ही रहोगे। आपका विजन हजारों का है तो हजारों तक बढ़ोगे। हम सब पास्टर है, इसलिए मैं कलीसिया के बारे में ही बोल रहा हूं ज्यादा, कि अगर जितनी आपकी कैपेसिटी है, आपका जैसा आपकी सोच है ना, वैसा ही परमेश्वर करना चाहता है। क्योंकि डबल पोर्शन के लिए आपने अगर डबल के ट्रिपल बनाया है, परमेश्वर उसको भर के रहेगा। देखना कभी भी, कई बार चर्च, जब आप बहुत ज्यादा ब्लेसड होते हैं, जब बहुत, फिर चर्च के बाहर लोग बैठने शुरू हो जाते हैं। कब? जब आपका प्रार्थना में डबल ट्रिपल हो जाती है। अगर आपका सिर्फ उतना ही है ना, आपका अगर 100 में गुजारा हो ना, तो आपकी संतुष्टि है, तो प्रभु कहता है ठीक है, फिर मैं क्यों करूं, ये 1000 क्यों दूं? फिर आपको 100 में संतुष्टि है तो ठीक है। लेकिन परमेश्वर 1000 कब देता है? जब आप परमेश्वर में बढ़ना चाहते हैं और डबल परमेश्वर में बढ़ना चाहते हैं, डबल परमेश्वर के लिए कार्य करना चाहते हैं। यह लिखा है कि मेरे से अलग होके तुम कुछ नहीं कर सकते, लेकिन मुझ में होके 100 गुना, आमीन, परमेश्वर 100 गुना प्लस करना चाहता है आज रात आपको। परमेश्वर आपको 100 गुना, आप चाहे पैसे में है, चाहे आप बच्चों में है, चाहे आप किसी भी काम में है, चाहे आप बिजनेस में है, कहीं किसी भी काम में है, खुदा खुदा की प्लानिंग है वो 100 गुना आपको दे। कहता है मैं तुझे ब्लेस और आशीष और फलदार बनाऊंगा। और इसके साथ ही यहां ही खत्म नहीं हो रहा। परमेश्वर जो बागवान है, यीशु मसीह ने बागवान क्यों बोला? बोलता मेरा पिता बागवान है। पता, इस बाग को लगाने वाला ही परमेश्वर है। हम जब उत्पत्ति में जाते हैं, 1 2 3 चैप्टर में पढ़ते हैं, तो पूरा बागवान को रचाने वाला परमेश्वर यहोवा है। पूरी सृष्टि की कन्नात करने वाला खुदा है। इसलिए यीशु मसीह ने कहा मैं तो पेड़ हूं, मैं तो तुम डालियों, मैं पेड़ हूं, और मेरा पिता जो है ना, वो क्या है? बागवान है, क्योंकि वो बनाने वाला खुदा सबको। आज एक बहुत ही इंपॉर्टेंट जो बात मुझे प्रभु अभी दे रहा है ना, वो सबसे बड़ी क्या है? खुदा ने जो जो चीजें बनाई ना, उसके अंदर ही बी बनाया है, उसके अंदर ही बीज बनाया है। खुदा ने उसको मल्टीप्लाई करके ही लगाया है। खुदा ने कहा जो पेड़ हुए, जो भी अपनी जिनस के अनुसार, जगह अगर अगर हम उत्पत्ति में जाएंगे तो वहां लिखा है हर एक पेड़ अपनी जिनस के अनुसार, जिनस अपनी जाति के अनुसार फल दे। कोई हालेलुया बोल सकता है? अपनी जिन्स के अनुसार, अपनी जाति के अनुसार। सिर्फ पेड़ और पौधों को ही खुदा ने कहा अपनी जाति के अनुसार फल देना। आगे जाके मैं और एक बहुत अद्भुत बात प्रभु ने जो मुझे दी है वो बताना चाहता हूं। जो उत्पत्ति जब हम पढ़ते हैं, उत्पत्ति में क्या कहता है परमेश्वर? 1:12 में, अभी 1:12 में पढ़ूंगा आपके लिए। लिखा है सो
ਸੋ ਧਰਤੀ ਤੇ ਘਾਹ ਦੇ ਬੀ ਵਾਲਾ ਸਾਗ ਪਤ ਉਸ ਦੀ ਜਿਨਸ ਦੇ ਅਨੁਸਾਰ ਤੇ ਫਲਦਾਰ ਬਿਰਛ ਉਹਨਾਂ ਦੇ ਵਿੱਚ ਆਪੋ ਆਪਣੀ ਜਿਨਸ ਦੇ ਅਨੁਸਾਰ ਬੀ ਤੋਂ ਉਗਿਆ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਡਿੱਠਾ ਤੇ ਚੰਗਾ ਹੈ ਤੇ ਸਾਂਝ ਤੇ ਸਵੇਰ ਤੇ ਤੀਜਾ ਦਿਨ ਹੋ ਗਿਆ। ਪਰਮੇਸ਼ਵਰ ਨੇ ਜੋ ਕੁਝ ਵੀ ਪੇੜ ਪੌਦੇ ਜੋ ਕੁਝ ਵੀ ਸੀ, ਜੋ ਮਲਟੀਪਲਾਈ ਸੀ ਨਾ, ਉਹਨਾਂ ਦੇ ਅੰਦਰ ਹੀ ਸੀਗਾ। ਬੀਜ ਉਹਨਾਂ ਦੇ ਅੰਦਰ ਸੀਗਾ। ਅੱਜ ਖੁਦਾ ਤੁਹਾਡੇ ਅੰਦਰ ਹੀ ਸਭ ਕੁਝ ਪਾਇਆ ਹੋਇਆ। ਖੁਦਾ ਕਹਿੰਦਾ ਯੂ ਆਰ ਦਾ ਟੈਂਪਲ ਆਫ ਗॉड। ਪਰਮੇਸ਼ਵਰ ਕਿਤੇ ਬਾਹਰ ਨਹੀਂ ਆ, ਪਰਮੇਸ਼ਵਰ ਉਹ ਬਾਗਵਾਨ ਤੁਹਾਡੇ ਅੰਦਰ ਹੀ ਆ, ਜਿਹੜਾ ਤੁਹਾਨੂੰ ਸਿਰਜਣਹਾਰਾ ਕਰ ਸਕਦਾ। ਉਹ ਬਣਾਉਣ ਵਾਲਾ ਹੀ ਤੁਹਾਡੇ ਅੰਦਰ ਆ, ਉਹ ਮਿੱਟੀ ਦਾ ਸਿਰਜਣਹਾਰ ਹੀ ਤੁਹਾਡੇ ਅੰਦਰ ਆ। ਅੱਜ ਦੁਨੀਆ ਬਾਹਰ ਲੱਭ ਰਹੀ ਆ, ਨਾਟ ਪਰਮੇਸ਼ਵਰ ਬਾਹਰ ਨਹੀਂ ਆ, ਗॉड ਤੁਹਾਡੇ ਅੰਦਰ ਆ। ਇਹ ਬਾਗ ਦੀ ਰਚਨਾ ਕਰਨ ਵਾਲਾ ਤੁਹਾਡੇ ਅੰਦਰ ਆ, ਮਲਟੀਪਲਾਈ ਕਰਨ ਵਾਲਾ ਖੁਦਾ ਤੁਹਾਡੇ ਅੰਦਰ, ਡਬਲ ਪੋਰਸ਼ਨ ਕਰਨ ਵਾਲਾ ਖੁਦਾ ਤੁਹਾਡੇ ਅੰਦਰ, ਟ੍ਰਿਪਲ ਪੋਰਸ਼ਨ ਕਰਨ ਵਾਲਾ ਖੁਦਾ ਅੱਜ ਤੁਹਾਡੇ ਅੰਦਰ ਆ। ਨਾ ਬਲ ਨਾਲ ਤੇ ਨਾ ਸ਼ਕਤੀ ਨਾਲ, ਪਰ ਪਰਮੇਸ਼ਵਰ ਦੀ ਆਤਮਾ ਦੇ ਨਾਲ ਸਭ ਕੁਝ ਹੋ ਸਕਦਾ ਹੈ। ਅੱਜ ਸਿਰਫ ਪ੍ਰਭੂ ਦੀ ਪਾਵਰ ਦੇ ਨਾਲ। ਇੱਥੇ ਲਿਖਿਆ, ਫਿਰ ਅੱਗੇ ਜਾ ਕੇ ਦੇਖਦੇ ਆ ਤੇ ਅੱਗੇ ਲਿਖਿਆ ਪਰਮੇਸ਼ਵਰ ਨੇ ਜਦੋਂ 21 ਐਤ ਵਿੱਚ ਪੜ੍ਹਦੇ ਆ, ਉੱਥੇ ਕੀ ਲਿਖਿਆ, ਕਹਿੰਦਾ ਪਰਮੇਸ਼ਵਰ ਨੇ ਡਿੱਠਾ ਵੱਡੇ ਵੱਡੇ ਜਲ ਜੰਤੂ ਅਤੇ ਸਾਰੇ ਚੱਲਣ ਵਾਲੇ ਅਤੇ ਸਾਰੇ ਜਿਉਂਦੇ ਪ੍ਰਾਣੀਆਂ ਨੂੰ, ਜਿਨ੍ਹਾਂ ਦੇ ਨਾਲ ਉਹਨਾਂ ਦੀ ਜਿਨਸ ਦੇ ਅਨੁਸਾਰ ਪਾਣੀ ਭਰ ਗਏ, ਉਤਪਤ ਕੀਤਾ। ਨਾਲੇ ਉਹ ਸਾਰੇ ਪੰਛੀਆਂ ਨੂੰ ਜਿਨ੍ਹਾਂ ਦੀ ਜਿਨਸ ਅਨੁਸਾਰ, ਅਤੇ ਪਰਮੇਸ਼ਵਰ ਨੇ ਡਿੱਠਾ ਪਈ ਚੰਗਾ ਹੈ। ਪਰਮੇਸ਼ਵਰ ਨੇ ਹਰ ਇੱਕ ਪੰਛੀ ਜੋ ਕੁਝ ਐਰਾ ਗੈਰਾ ਹੈ ਨਾ, ਜਿਨਸ ਤੇ ਜਾਤੀ ਦੇ ਅਨੁਸਾਰ, ਹਿੰਦੀ ਚ ਲਿਖਿਆ ਜਾਤੀ, ਤੇ ਉਹਦੇ ਵਿੱਚ ਲਿਖਿਆ ਪਰਮੇਸ਼ਵਰ ਨੇ ਹਰ ਇੱਕ ਕਾਰਜ ਦੇ ਵਿੱਚ ਬਣਾਇਆ। ਇਹ ਚੀਜ਼ਾਂ ਮੈਂ ਕਿਉਂ ਦੱਸ ਰਿਹਾ, ਇਹ ਡਬਲ ਪੋਰਸ਼ਨ ਵਿੱਚ ਪਰਮੇਸ਼ਵਰ ਨੇ ਸ਼ੁਰੂ ਤੋਂ ਹੀ ਬਣਾਈਆਂ ਆ। ਇਹ ਮਲਟੀਪਲਾਈ ਕਰਕੇ ਪਰਮੇਸ਼ਵਰ ਨੇ ਆਲਰੇਡੀ ਬਣਾਇਆ ਹੋਇਆ। ਤੁਹਾਨੂੰ ਤੇ ਮੈਨੂੰ ਵੀ ਪਰਮੇਸ਼ਵਰ ਨੇ ਮਲਟੀਪਲਾਈ ਕਰਕੇ ਹੀ ਪੈਦਾ ਕੀਤਾ ਆ। ਜੇ ਕੋਈ ਮੈਕ ਖੋਲ ਕੇ ਬੋਲ ਸਕਦਾ ਹਾਲੇਲੂਇਆ ਤਾਂ ਬੋਲੀਏ ਹਾਲੇਲੂਇਆ। ਹਾਲੇਲੂਇਆ। ਤੁਹਾਨੂੰ ਤੇ ਮੈਨੂੰ ਵੀ ਪਰਮੇਸ਼ਵਰ ਨੇ ਮਲਟੀਪਲਾਈ ਕਰਕੇ ਹੀ ਬਣਾਇਆ। ਅੱਜ ਅਸੀਂ ਮਿਹਨਤ ਕਰਦੇ, ਅਸੀਂ ਕੁਝ ਕਰਨਾ ਚਾਹੁੰਦੇ, ਇਹਦੀ ਕਾਰਨ ਕੀ ਆ ਕਿ ਸਾਡੀਆਂ ਪਾਪ ਨੇ ਸਾਡੀਆਂ ਬਰਕਤਾਂ ਰੋਕ ਦਿੱਤੀਆਂ ਆ। ਸਾਡੀ ਬਲੈਸਿੰਗ ਜਿਹੜੀ ਨਾ, ਉਹ ਸ਼ੈਤਾਨ ਨੇ ਪਾਪ ਦੀ ਵਜ੍ਹਾ ਨਾਲ ਰੋਕੀ ਹੋਈ ਆ। ਨਹੀਂ ਤਾਂ ਖੁਦਾ ਨੇ ਸਾਨੂੰ 100% ਆਸ਼ੀਸ਼ ਦਿੱਤੀ ਹੋਈ ਆ। ਆਮੀਨ। 100% ਦੁਨੀਆ ਦੀ ਕੋਈ ਤਾਕਤ ਨਹੀਂ ਆ ਤੁਹਾਡੀ ਬਲੈਸਿੰਗ ਨੂੰ ਰੋਕ ਦੇ। ਕਿਉਂ ਮੈਂ ਕਹਿ ਰਿਹਾ ਕੋਈ ਰੋਕ ਨਹੀਂ ਸਕਦਾ? ਪਤਾ ਕਿਉਂ? ਕਿਉਂਕਿ ਖੁਦਾ ਨੇ ਤੁਹਾਨੂੰ ਤੇ ਮੈਨੂੰ ਪੈਦਾ ਹੋਣ ਤੋਂ ਪਹਿਲਾਂ ਹੀ ਬਲੈਸ ਕੀਤਾ ਹੋਇਆ। ਤੁਹਾਨੂੰ ਤੇ ਮੈਨੂੰ ਪਰਮੇਸ਼ਵਰ ਨੇ ਡਬਲ ਪੋਰਸ਼ਨ ਕਰਕੇ 100 ਗੁਣਾ ਫਲ ਕਰਕੇ ਬਣਾਇਆ। ਇਹ ਬੀਜ ਅੱਜ ਤੱਕ ਉਤਪਤੀ ਚ ਬਣਾਏ ਸੀ, ਅੱਜ ਤੱਕ ਚੱਲ ਰਹੇ ਆ ਔਰ ਅੱਜ ਤੱਕ ਕਾਰਿਆ ਕਰ ਰਹੇ ਆ। ਤੇ ਜੀ ਪੇੜ ਪੌਦੇ ਫਲ ਮੱਛੀਆਂ ਜੋ ਕੁਝ ਅਸੀਂ ਬਾਈਬਲ ਚ ਪੜ੍ਹਦੇ ਹੋ, ਉਹ ਮਲਟੀਪਲਾਈ ਆ। ਜੇ ਉਹ ਮਲਟੀਪਲਾਈ ਆ ਤੇ ਕੀ ਤੁਹਾਡਾ ਤੇ ਮੇਰਾ ਖੁਦਾ ਸਾਨੂੰ ਮਲਟੀਪਲਾਈ ਕਰਨ ਵਾਲਾ ਪਰਮੇਸ਼ਵਰ ਨਹੀਂ ਆ? ਕਿਹੜੀ ਚੀਜ਼ ਆ ਜਿਹੜੀ ਮਲਟੀਪਲਾਈ ਨਹੀਂ ਹੋਈ? ਹਰ ਚੀਜ਼ ਮਲਟੀਪਲਾਈ ਹੋਈ। ਹਰ ਇੱਕ ਚੀਜ਼ ਪਰਮੇਸ਼ਵਰ ਕਹਿੰਦਾ ਮੈਂ ਮੌਕੇ ਦੇ ਮੌਕੇ ਬਣਾਈ। ਫਿਰ ਇੱਕ ਹੋਰ ਐਤ ਮੈਂ ਤੁਹਾਡੇ ਲਈ ਪੜ੍ਹਦਾ, ਇਹਦੇ ਵਿੱਚ ਲਿਖਿਆ 24 ਦੇ ਵਿੱਚ, ਕਹਿੰਦਾ ਫਿਰ ਪਰਮੇਸ਼ਵਰ ਨੇ ਆਖਿਆ ਕਿ ਧਰਤੀ ਜਿਉਂਦੇ ਪ੍ਰਾਣੀਆਂ ਨੂੰ ਉਹਨਾਂ ਦੀ ਜਿਨਸ ਦੇ ਅਨੁਸਾਰ, ਡੰਗਰਾਂ ਨੂੰ, ਘਿਸਣ ਵਾਲਿਆਂ ਨੂੰ ਅਤੇ ਹਰ ਚੀਜ਼ ਨੂੰ ਉਹਨਾਂ ਦੇ ਅਨੁਸਾਰ ਬਣਾਇਆ ਤੇ ਉਹਨਾਂ ਨੂੰ ਕਿਹਾ ਆਪਣੇ। ਫਿਰ ਪਰਮੇਸ਼ਵਰ ਅੱਜ ਇੱਥੇ ਖਾਸ ਗੱਲ ਜਿਹੜੀ ਮੈਂ ਦੱਸਣ ਵਾਲਾ, ਜਿਹੜੀ ਮਲਟੀਪਲਾਈ ਹੋਣ ਵਾਲੀ ਆਖਿਆ, ਪਰਮੇਸ਼ਵਰ ਨੇ ਕਿਹਾ, ਤਾਂ ਪਰਮੇਸ਼ਵਰ ਨੇ ਆਖਿਆ ਕਿ ਅਸੀਂ ਆਦਮੀ ਨੂੰ ਆਪਣੇ ਸਰੂਪ ਤੇ ਬਣਾਈਏ ਅਤੇ ਔਰ ਆਪਣੇ ਵਰਗਾ ਬਣਾਈਏ, ਅਤੇ ਉਹ ਸਮੁੰਦਰ ਦੀਆਂ ਮੱਛੀਆਂ ਉੱਤੇ ਅਤੇ ਆਕਾਸ਼ ਦੇ ਪੰਛੀਆਂ ਉੱਤੇ ਅਤੇ ਡੰਗਰਾਂ ਉੱਤੇ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਦੇ ਪੁਰ ਘਿਸਣ ਵਾਲਿਆਂ ਉੱਤੇ ਰਾਜ ਕਰਨ। ਸੋ ਪਰਮੇਸ਼ਵਰ ਨੇ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਇਆ ਔਰ ਪਰਮੇਸ਼ਵਰ ਨੇ ਉਤਪਤ ਕੀਤਾ, ਨਰ ਨਾਰੀ ਉਸ ਨੂੰ ਉਹਨਾਂ ਨੂੰ ਉਤਪਤ ਕੀਤਾ। ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ। ਇੱਥੇ ਬੜੇ ਧਿਆਨ ਨਾਲ ਸੁਣਨਾ, ਇੱਥੇ ਲਿਖਿਆ ਪਰਮੇਸ਼ਵਰ ਨੇ ਉਹਨਾਂ ਨੂੰ ਅਸੀਸ ਦਿੱਤੀ। ਇੱਥੇ ਪਰਮੇਸ਼ਵਰ ਕਹਿੰਦਾ ਮੈਂ ਸੱਚੀ ਅੰਗੂਰਾਂ ਦੀ ਬੇਲ ਆ, ਤੁਸੀਂ ਮੇਰੀਆਂ ਕੀ ਹੋ? ਟਾਹਣੀਆਂ ਆ।
मेरा पिता बागवान है। जिस बागवान ने सारा कुछ रचिया ਉਹਨੇ ਮਲਟੀਪਲਾਈ ਕਰਕੇ ਤੁਹਾਨੂੰ ਖੜਾ ਕੀਤਾ। ਇੱਥੇ ਕੀ ਲਿਖਿਆ, ਕਹਿੰਦਾ ਪਰਮੇਸ਼ਵਰ ਨੇ ਮਨੁੱਖ ਨੂੰ ਆਪਣੇ ਸਰੂਪ ਤੇ ਬਣਾਇਆ ਤੇ ਪਰਮੇਸ਼ਵਰ ਨੇ ਆਸੀਸ ਦਿੱਤੀ, ਬਲੈਸ ਕੀਤਾ। ਯੂ ਆਰ ਬਲੈਸਡ ਪਰਸਨ। ਆਪਣੇ ਆਪ ਨੂੰ ਕਹਿ ਸਕਦੇ ਆਈ ਐਮ ਬਲੈਸਡ, ਮੈਂ ਬਲੈਸਡ ਹਾਂ। ਆਪਣੀ ਪ੍ਰੇਅਰ ਦੇ ਵਿੱਚ ਰੋਜ਼ ਕਹੋ ਮੈਨੂੰ ਪਰਮੇਸ਼ਵਰ ਨੇ ਆਲਰੇਡੀ ਬਲੈਸਡ ਆ, ਮੈਂ ਪਰਮੇਸ਼ਵਰ ਦੇ ਵਿੱਚ ਆਲਰੇਡੀ ਬਲੈਸਡ ਆ। ਕਿਉਂਕਿ ਖੁਦਾ ਕੀ ਕਹਿੰਦਾ, ਖੁਦਾ ਨੇ ਤੁਹਾਨੂੰ ਜਦੋਂ ਆਦਮ ਬਣਾਇਆ ਉਹਦੇ ਅੰਦਰ ਹੀ, ਜਦੋਂ ਅਸੀਂ ਕਹਿੰਦੇ ਕਿ ਜਿਹੜਾ ਪਾਪ ਸੀ ਨਾ ਉਹ ਪਹਿਲੇ ਆਦਮ ਨੇ ਕੀਤਾ। ਕਿਹੜੇ ਆਦਮ ਨੇ? ਪਹਿਲੇ ਆਦਮ ਨੇ। ਉਸ ਆਦਮ ਨੇ ਜੇ ਪਾਪ ਕੀਤਾ ਤੇ ਬਲੈਸਿੰਗ ਵੀ ਉਹਦੇ ਵਿੱਚ ਹੀ ਸੀਗੀ। ਉਹ ਬਲੈਸਿੰਗ ਵੀ ਤੁਹਾਡੇ ਵਿੱਚ ਆ ਚੁੱਕੀ ਆ। ਉਹ ਬਲੈਸਿੰਗ ਪੀੜ੍ਹੀਓਂ ਪੀੜ੍ਹੀ ਤੁਹਾਡੇ ਅੰਦਰ, ਹਾਲੇਲੂਇਆ। ਉਹ ਬਲੈਸਿੰਗ ਕੋਈ ਖੋ ਨਹੀਂ ਸਕਦਾ। ਔਰ ਦੂਜੀ ਗੱਲ ਮੈਂ ਕੀ ਦੱਸਣਾ ਚਾਹੁੰਦਾ, ਪਰਮੇਸ਼ਵਰ ਨੇ ਇੱਥੇ ਸਾਰੀਆਂ ਚੀਜ਼ਾਂ ਨੂੰ ਕੀ ਕਿਹਾ, ਜਾਤੀ 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 ਦੇ ਅਨੁਸਾਰ। ਕਿਉਂਕਿ ਜਾਤੀਆਂ ਜਿਹੜੀਆਂ ਹੁੰਦੀਆਂ ਨਾ, ਅੱਜ ਬਹੁਤ ਲੋਕਾਂ ਦੀ ਲੜਾਈ ਤੇ ਝਗੜੇ ਜਿਹੜੇ ਨਾ ਉਹ ਜਾਤੀਆਂ ਦੇ ਉੱਪਰ ਹੀ ਆ। ਤੇ ਮੈਂ ਅੱਜ ਦੱਸਣਾ ਚਾਹੁੰਦਾ ਸਭ ਕੋ ਕਿ ਜਾਤੀਆਂ ਜਿਹੜੀਆਂ ਉਹ ਸਿਰਫ ਜਾਨਵਰਾਂ ਦੀਆਂ ਤੇ ਡੰਗਰਾਂ ਦੀਆਂ ਹੁੰਦੀਆਂ। ਪਰਮੇਸ਼ਵਰ ਨੇ ਇੱਥੇ ਇਨਸਾਨ ਨੂੰ ਇਨਸਾਨ ਦੇ ਰੂਪ ਚ ਬਣਾਇਆ। ਪਰਮੇਸ਼ਵਰ ਨੇ ਆਪਣੇ ਸਰੂਪ ਤੇ ਬਣਾਇਆ। ਪਰਮੇਸ਼ਵਰ ਨੇ ਇੱਥੇ ਜਾਤੀਆਂ ਨਹੀਂ ਕਿਹਾ। ਪਰਮੇਸ਼ਵਰ ਨੇ ਕੀ ਕਿਹਾ, ਆਓ ਆਦਮੀ ਨੂੰ ਆਪਣੇ ਸਰੂਪ ਉੱਤੇ ਬਣਾਈਏ। ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ। ਕੀ ਲਿਖਿਆ, ਫਲੋ ਔਰ ਵਧੋ ਔਰ ਧਰਤੀ ਨੂੰ ਭਰ ਦਿਓ ਅਤੇ ਉਹਨੂੰ ਆਪਣੇ ਵਸ ਵਿੱਚ ਕਰ ਲਵੋ। ਤੁਹਾਨੂੰ ਖੁਦਾ ਨੇ ਸਾਰੀਆਂ ਚੀਜ਼ਾਂ ਦੇ ਉੱਤੇ ਬਲੈਸ ਕੀਤਾ ਹੋਇਆ। ਹਰ ਚੀਜ਼ ਪਰਮੇਸ਼ਵਰ ਨੇ ਤੁਹਾਡੇ ਲਈ ਮੁਹੱਈਆ ਕਰਕੇ ਦਿੱਤੀ ਹੋਈ ਆ। ਉਤਪਤੀ ਦੇ ਵਿੱਚ ਅੱਜ ਤੁਸੀਂ ਬਲੈਸਡ ਆ ਪਾਸਟਰ ਜੀ। ਤੁਹਾਡੀ ਕਲੀਸਿਆ ਬਲੈਸਡ ਆ ਯਿਸੂ ਦੇ ਨਾਂ ਦੇ ਵਿੱਚ। ਤੁਸੀਂ ਹਰ ਚੀਜ਼ ਦੇ ਵਿੱਚ ਬਲੈਸਡ ਹੋ। ਪਰ ਸ਼ੈਤਾਨ ਨੇ ਕਈ ਵਾਰੀ ਕੁਝ ਰੁਕਾਵਟ ਪਾਈ ਤੇ ਉੱਤੇ ਵੀ ਬਲੈਸਿੰਗ ਬੋਲੋ। ਜਿਹੜੀ ਚੀਜ਼ ਤੁਸੀਂ ਚਾਹੁੰਦੇ ਆ, ਖੁਦਾ ਕਹਿੰਦਾ ਮੈਂ ਤੇਰੇ ਮੰਗਣ ਤੋਂ ਪਹਿਲਾਂ ਜਾਣਦਾ ਤੈਨੂੰ ਕੀ ਚਾਹੀਦਾ, ਕਿਉਂਕਿ ਉਹਨੂੰ ਪਤਾ ਹੈ ਮੈਂ ਕੀ ਇਹ ਤੋਂ ਥੋੜਾ। ਅੱਜ ਖੁਦਾ ਸਭ ਕੁਝ ਤੁਹਾਨੂੰ ਬਲੈਸ ਕਰਨਾ ਚਾਹੁੰਦਾ। ਪਰਮੇਸ਼ਵਰ ਤੁਹਾਡੇ ਅੰਦਰ ਸਾਮਰਥ ਪਾਉਣਾ ਚਾਹੁੰਦਾ। ਫਿਰ ਪ੍ਰਭੂ ਕੀ ਕਹਿੰਦਾ, ਇਹ ਜਾਤੀਆਂ ਸਾਰੀਆਂ ਜਿਨਸਾਂ ਜਿਹੜੀਆਂ ਉਹ ਜਾਨਵਰਾਂ ਦੀਆਂ ਆ, ਬੰਦੇ ਦੀ ਜਿਨਸ ਨਹੀਂ ਆ। ਹਾਲੇਲੂਇਆ। ਅੱਜ ਪਰਮੇਸ਼ਵਰ ਨੇ ਤੁਹਾਨੂੰ ਤੇ ਮੈਨੂੰ ਆਪਣੀ ਸਾਮਰਥ ਦੇ ਵਿੱਚ ਬਣਾਇਆ। ਤੁਸੀਂ ਪਰਮੇਸ਼ਵਰ ਦੀ ਇੱਕ ਫੋਟੋ ਕਾਪੀ ਆ। ਤੁਸੀਂ ਪਰਮੇਸ਼ਵਰ ਦੇ ਵਰਗੇ ਆ। ਮੈਂ ਰਾਤੀ ਬੱਚਿਆਂ ਨੂੰ ਇੱਕ ਥੋੜੀ ਜਿਹੀ ਟੌਪਿਕ ਸਿਖਾ ਰਿਹਾ ਸੀ ਕਿ ਤੁਸੀਂ ਪਰਮੇਸ਼ਵਰ ਦੇ ਉੱਪਰ ਆ। ਹੁਣ ਜੇ ਤੁਸੀਂ ਕਹੋਗੇ, ਮੈਂ ਤੁਹਾਨੂੰ ਕਹਾਂ ਰਵੀ ਜੀ ਤੁਸੀਂ ਪ੍ਰਭੂ ਆ, ਤੁਸੀਂ ਪਰਮੇਸ਼ਵਰ ਆ, ਤੇ ਤੁਹਾਨੂੰ ਅਜੀਬ ਜਿਹਾ ਲੱਗਣਾ। ਪਾਸਟਰ ਕੁਲਦੀਪ ਜੀ ਤੁਸੀਂ ਪ੍ਰਭੂ ਆ, ਤੇ ਤੁਹਾਨੂੰ ਏਦਾਂ ਲੱਗ, ਉਹ ਨਹੀਂ ਜੀ ਤੁਸੀਂ ਅੱਗੇ ਹੱਥ ਜੋੜਨੇ ਆ। ਸੱਚ ਮੈਂ ਕਹਿ ਰਿਹਾ। ਮੈਂ ਕਹਾਂ ਰਵੀ ਜੀ ਤੁਸੀਂ ਪ੍ਰਭੂ ਆ, ਤੁਸੀਂ ਪਰਮੇਸ਼ਵਰ ਆ, ਤੁਸੀਂ ਕਹਿ ਰਹੇ ਨਾ ਜੀ ਮੈਨੂੰ ਨਾ ਏਦਾਂ ਕਹੋ। ਤੁਸੀਂ ਆਪਣੇ ਮੂੰਹ ਤੋਂ ਜੇ ਕਹੋਗੇ ਮੈਂ ਨਹੀਂ ਆ, ਤਾਂ ਉਹਦਾ ਹੀ ਫਾਇਦਾ ਚੁੱਕਦਾ ਸ਼ੈਤਾਨ। ਤੁਸੀਂ ਵਾਕਿਆ ਹੀ ਪਰਮੇਸ਼ਵਰ ਦੀ ਕਾਪੀ ਨਹੀਂ ਆ। ਪਰਮੇਸ਼ਵਰ ਵਰਗੇ ਪਰਮੇਸ਼ਵਰ ਹੈ, ਕਿਉਂਕਿ ਖੁਦਾ ਨੇ ਤੁਹਾਨੂੰ ਆਪਣੇ ਸਰੂਪ ਤੇ ਬਣਾਇਆ। ਖੁਦਾ ਦਾ ਆਤਮਾ ਆਪਣੇ ਤੁਹਾਡੇ ਅੰਦਰ ਪਾਇਆ। ਇਹਦਾ ਹੀ ਫਾਇਦਾ ਚੁੱਕਦਾ ਸ਼ੈਤਾਨ। ਯੂ ਆਰ ਨਾਟ ਗॉड। ਪਰ ਤੁਹਾਨੂੰ ਮੂੰਹ ਤੋਂ ਖੁਦਾ ਕਹਾ ਰਿਹਾ। ਤੁਹਾਨੂੰ ਤੁਸੀਂ ਇੱਕ ਗੱਲ ਮੇਰੇ ਪਿੱਛੇ ਬੋਲੋ, ਆਈ ਐਮ ਦ ਲਾਈਟ ਆਫ ਦ ਵਰਲਡ। ਆਈ ਐਮ ਦ ਲਾਈਟ ਆਫ ਦ ਵਰਲਡ। ਤੁਸੀਂ ਕਹੋ ਆਈ ਐਮ ਦ ਲਾਈਟ ਆਫ। ਕੌਣ ਕਹਿ ਰਿਹਾ? ਤੁਸੀਂ ਕਹਿ ਰਹੇ ਆ। ਪਰ ਜੀਸਸ ਸੈਡ, ਯਿਸੂ ਨੇ ਆਖਿਆ, ਪਰ ਯਿਸੂ ਮਸੀਹ ਨੇ ਇਹ ਆਖਿਆ ਮੈਂ ਕਿਹਾ ਆ। ਹੁਣ ਤੁਸੀਂ ਆਪਣੇ ਆਪ ਨੂੰ ਕਹਿ ਰਹੇ ਆਈ ਐਮ ਦ ਲਿਵਿੰਗ ਬ੍ਰੈਡ, ਮੈਂ ਜੀਵਨ ਦੀ ਰੋਟੀ ਆ। ਤੁਸੀਂ ਆਪਣੇ ਆਪ ਨੂੰ ਕਹਿ ਰਹੇ ਕਹਾ ਕਿਆ ਰਿਹਾ? ਤੁਹਾਡੇ ਅੰਦਰ ਜਿਹੜਾ ਗॉड ਆ, ਤੁਸੀਂ ਗॉड ਦੇ ਸਾਮਰਥੀ ਬੱਚੇ ਆ। ਸ਼ੇਰ ਦੇ ਬੱਚੇ ਸ਼ੇਰ ਹੁੰਦੇ ਆ, ਬਾਂਦਰ ਦੇ ਬੱਚੇ ਬਾਂਦਰ ਹੁੰਦੇ ਆ, ਔਰ ਯਹੂਦਾ ਦੇ ਸ਼ੇਰ ਦੇ ਬੱਚੇ ਯਹੂਦਾ ਦੀ ਸ਼ੇਰ ਆ। ਹਾਲੇਲੂਇਆ। ਤੁਸੀਂ ਪਰਮੇਸ਼ਵਰ ਦੇ ਸਰੂਪ ਤੇ ਆ, ਔਰ ਪਰਮੇਸ਼ਵਰ ਨੇ 100% ਖੁਦਾ ਕਹਿੰਦਾ ਤੁਸੀਂ ਵਧੋ ਤੇ ਫੁੱਲੋ। ਅੱਜ ਅਗਰ ਤੁਸੀਂ ਨਹੀਂ ਵਧ ਰਹੇ, ਉਹਦੇ ਪਿੱਛੇ ਇੱਕੋ ਹੀ ਕਾਰਨ ਆ, ਕੋਈ ਨਾ ਕੋਈ ਗੜਬੜ ਆ ਚੁੱਕੀ ਆ। ਉਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੈ। ਪਰਮੇਸ਼ਵਰ ਨੇ ਜੋ ਕਿਹਾ ਸੋ ਹੋ ਗਿਆ। ਯਿਸੂ ਮਸੀਹ ਨੇ ਜੋ ਕਿਹਾ ਸੋ ਹੋ ਗਿਆ। ਅੱਜ ਇੱਥੇ ਤੁਹਾਡੇ ਉੱਤੇ ਪਰਮੇਸ਼ਵਰ ਨੇ ਡਬਲ ਅਭਿਸ਼ੇਕ ਦਿੱਤਾ ਹੋਇਆ। ਪਰਮੇਸ਼ਵਰ ਨੇ ਤੁਹਾਨੂੰ ਡਬਲ ਪੋਰਸ਼ਨ ਦਿੱਤਾ ਹੋਇਆ। ਉਹਦਾ ਕਾਰਨ ਕੀ ਆ ਕਿ ਅਸੀਂ ਪ੍ਰਭੂ ਨੂੰ ਉਸ ਲੈਵਲ ਤੇ। ਮੈਂ ਰਾਤ ਇੱਕ ਪਾਸਟਰ ਦਾ ਪ੍ਰਚਾਰ ਸੁਣ ਰਿਹਾ ਸੀ। ਉਹ ਕਹਿੰਦਾ ਜਿੱਦਾਂ ਦਾ ਤੁਹਾਡਾ ਗ੍ਰੇਸ ਆ ਨਾ, ਜਿੱਦਾਂ ਦਾ ਤੁਹਾਨੂੰ ਅਨੁਗ੍ਰਹਿ ਆ, ਉਦਾਂ ਦਾ ਹੀ ਤੁਹਾਡੇ ਲਈ ਪ੍ਰਭੂ ਕਰੇਗਾ। ਤੁਸੀਂ ਜੇ ਗ੍ਰੇਸ ਛੋਟਾ ਹੈ ਨਾ, ਤੇ ਗ੍ਰੇਸ ਉਨਾ ਹੀ ਤੁਹਾਡੇ ਲਈ ਛੋਟਾ ਆ। ਤੁਹਾਡਾ ਵਿਸ਼ਵਾਸ ਸਿਰ ਦਰਦ ਠੀਕ ਕਰਨਾ, ਸਿਰ ਦਰਦ ਤੱਕ ਤੁਸੀਂ ਸੀਮਤ ਰਹੋਗੇ।
ਤੁਸੀਂ ਅੰਨਿਆਂ ਨੂੰ ਦਿਖਾਉਣ ਦਾ ਵਿਸ਼ਵਾਸ ਰੱਖਦੇ ਆ, ਗ੍ਰੇਸ ਆ, ਤਾਂ ਖੁਦਾ ਅੰਨੇ ਦਿਖਾਉਣ ਦਾ ਹੀ ਤੁਹਾਨੂੰ ਅਭਿਸ਼ੇਕ ਦੇਗਾ। ਯੂ ਆਰ ਦ ਗ੍ਰੇਸ ਆਫ ਦ ਗॉड। ਪਰਮੇਸ਼ਵਰ ਦਾ ਅਨੁਗ੍ਰਹ ਤੁਹਾਡੇ ਉੱਤੇ ਕਿੰਨਾ ਆ, ਉਹਨੂੰ ਵਧਾਉਣਾ ਤੇ ਘਟਾਉਣਾ ਇਹ ਤੁਹਾਡੇ ਹੱਥ ਆ। ਗॉड ਨੂੰ ਤੁਸੀਂ ਕਿੰਨਾ ਵੱਡਾ ਆਪਣੇ ਅੰਦਰ ਮੰਨ ਰਹੇ ਆ, ਛੋਟਾ ਜਿਹਾ ਮੰਨ ਰਹੇ ਆ ਤਾਂ ਖੁਦਾ ਛੋਟਾ ਹੀ ਆ। ਤੁਸੀਂ ਕਹ ਰਹੇ ਖੁਦਾ ਵਰਗਾ ਕੋਈ ਹੈ ਹੀ ਨਹੀਂ ਆ, ਤਾਂ ਖੁਦਾ ਕਹਿੰਦਾ ਫਿਰ ਮੇਰੇ ਵਰਗਾ ਕੋਈ ਨਹੀਂ ਹੈ, ਤੇ ਮੇਰੇ ਵਰਗਾ ਕੋਈ ਕੰਮ ਵੀ ਨਹੀਂ ਕਰ ਸਕਦਾ। ਹਾਲੇਲੂਇਆ। ਫਿਰ ਕਰ ਡਬਲ ਪੋਰਸ਼ਨ ਵਰਗੇ ਕੰਮ ਕਰ, ਜਿੱਦਾਂ ਦਾ ਤੇਰਾ ਵਿਸ਼ਵਾਸ ਹੈ ਉਦਾਂ ਦਾ ਤੇਰੇ ਲਈ ਹੋ ਜਾਏਗਾ। ਹੁਣ ਜਦੋਂ ਅਸੀਂ ਕਹਿੰਦੇ ਯਾਰ ਅੰਨਾ ਠੀਕ ਹੋਣਾ ਕਿ ਨਹੀਂ ਹੋਣਾ, ਕੋਈ ਨਹੀਂ ਪ੍ਰਭੂ ਕਰੇਗਾ, ਇਹਦਾ ਮਤਲਬ ਪ੍ਰਭੂ ਕਰੇਗਾ, ਤਾਂ ਫਿਰ ਪ੍ਰਭੂ ਕਹਿੰਦਾ ਤੇਰਾ ਤਾਂ ਵਿਸ਼ਵਾਸ ਨਹੀਂ ਹੈ ਨਾ। ਹੁਣ ਉਹੀ ਪਾਸਟਰ ਆ ਜਿਹੜੇ, ਉਹੀ ਖੁਦਾ ਦੇ ਦਾਸ ਆ ਜਿਹੜੇ ਕਹਿੰਦੇ ਅੰਨੇ ਦੇਖਣ ਲੱਗ ਪਓ ਤਾਂ ਅੰਨੇ ਦੇਖਣ ਲੱਗ ਪੈਂਦੇ, ਫੌੜੀਆਂ ਛੱਡ ਦੋ ਤੇ ਫੌੜੀਆਂ ਛੱਡਣ ਲੱਗ ਪੈਂਦੇ। ਵਾਏ ਕਾਰਨ ਕੀ ਆ? ਉਹਨਾਂ ਨੇ ਖੁਦਾ ਨੂੰ ਆਪਣੇ ਅੰਦਰ ਦੇਖਿਆ ਤੇ ਖੁਦਾ ਦੇ ਸ਼ਬਦ ਆਪਣੇ ਮੂੰਹ ਚੋਂ ਕੱਢੇ। ਜਿਹੜਾ ਸਾਹ ਪਰਮੇਸ਼ਵਰ ਨੇ ਇੱਥੇ ਕਿਹਾ ਨਾ, ਮੈਂ ਤੁਹਾਨੂੰ ਬਲੈਸ ਕਰ ਦਿੱਤਾ, 100% ਤੁਸੀਂ ਆਸ਼ੀਤ ਹੋ, ਤੁਸੀਂ ਮਲਟੀਪਲਾਈ ਹੋ ਚੁੱਕੇ ਆ। ਤੁਸੀਂ ਮਲਟੀਪਲਾਈ ਕਿੱਦਾਂ ਹੋ ਚੁੱਕੇ ਆ? ਕਿਉਂਕਿ ਪਰਮੇਸ਼ਵਰ ਨੇ ਤੁਹਾਨੂੰ ਮਾਂ ਦੇ ਗਰਭ ਚੋਂ ਹੀ ਮੈਨੂੰ ਤੇ ਤੁਹਾਨੂੰ ਚੁਣ ਲਿਆ ਆ, ਤਾਂ ਕਿ ਅਸੀਂ ਪਰਮੇਸ਼ਵਰ ਦੇ ਜਾਤੀ ਦੇ ਲੋਕਾਂ ਲਈ, ਪੂਰੀ ਦੁਨੀਆ ਲਈ ਇੱਕ ਆਸ਼ੀਸ਼ ਦਾ ਕਾਰਨ ਬਣੀਏ। ਅੱਜ ਪਰਮੇਸ਼ਵਰ ਤੁਹਾਨੂੰ ਡਬਲ ਸਾਮਰਥ ਕਿਉਂ ਦੇ ਰਿਹਾ? ਪ੍ਰਭੂ ਤੁਹਾਨੂੰ ਡਬਲ ਅਨਾਉਂਟਿੰਗ ਕਿਉਂ ਦੇ ਰਿਹਾ? ਅੱਜ ਤੋਂ ਪਹਿਲਾਂ ਜਦੋਂ ਅਸੀਂ ਪ੍ਰਭੂ ਵਿੱਚ ਨਹੀਂ ਸੀ, ਇੱਕ ਰੋਟੀ ਨਹੀਂ ਤਰਸਦੇ ਸੀਗੇ। ਅਸੀਂ ਕਦੀ ਜ਼ਿੰਦਗੀ 'ਚ ਸੋਚਿਆ ਕਿ ਐਦਾਂ ਦੇ ਲੈਵਲ ਤੇ ਖੁਦਾ ਸਾਨੂੰ ਬਿਠਾਏਗਾ, ਇਸ ਡਬਲ ਪੋਰਸ਼ਨ ਤੇ ਸਾਨੂੰ ਖੁਦਾ ਲੈ ਕੇ ਜਾਏਗਾ? ਕਦੀ ਨਹੀਂ ਸੋਚਿਆ ਸੀ। ਕਿਉਂ? ਇਹ ਜਿਹੜੀ ਪਰਮੇਸ਼ਵਰ ਨੇ ਵਾਅਦਾ ਕੀਤਾ ਨਾ ਡਬਲ ਬਲੈਸ ਕਰਨ ਦਾ, ਤੁਹਾਨੂੰ ਬਲੈਸ ਕੀਤਾ ਹੋਇਆ, ਉਹ ਬਲੈਸਿੰਗ ਦੇ ਨਾਲ ਅਸੀਂ ਉੱਪਰ ਆ ਰਹੇ ਹਾਂ। ਜਿੱਦਾਂ ਅਸੀਂ ਵਿਸ਼ਵਾਸ 'ਚ ਵੱਧਦੇ, ਉਦੋਂ ਦਾ ਹੀ ਲੈਵਲ ਸਾਡਾ ਵੱਧਦਾ। ਜਿੱਦਾਂ ਅਸੀਂ ਪ੍ਰਭੂ ਦੇ ਵਿੱਚ, ਵਿਸ਼ਵਾਸ ਵਿੱਚ, ਪ੍ਰਭੂ ਦੀ ਸਾਮਰਥ ਦੇ ਵਿੱਚ, ਪ੍ਰਭੂ ਦੇ ਅਭਿਸ਼ੇਕ ਨੂੰ ਦੇਖਦੇ ਹਾਂ, ਉਦੋਂ ਸਾਡਾ ਲੈਵਲ ਜਿਹੜਾ ਨਾ ਵੱਧਦਾ। ਪਿਛਲੇ ਦਿਨਾਂ 'ਚ ਮੈਂ ਰਵੀ ਭਾਈ ਦੀ ਗਵਾਹੀ ਸੁਣ ਰਿਹਾ, ਕਹਿੰਦਾ ਮੇਰੀ ਹੈਸੀਅਤ ਨਾ ਇੱਕ ਸਾਈਕਲ ਲੈਣ ਦੀ ਨਹੀਂ। ਕੀ ਲੈਵਲ ਕੀ ਸੀਗਾ? ਸਾਈਕਲ ਲੈਣ ਦੀ ਹੈਸੀਅਤ ਨਹੀਂ ਸੀ। ਇਹ ਗ੍ਰੇਸ ਆ, ਇਹ ਖੁਦਾ ਦੀ ਸਾਮਰਥ ਆ, ਜਿਹਨੇ ਤੁਹਾਨੂੰ ਇੱਥੇ ਖੜਾ ਕੀਤਾ, ਜਿਹਨੇ ਤੁਹਾਨੂੰ ਇਹ ਪੋਰਸ਼ਨ ਦਿੱਤਾ, ਇਹ ਜਿਹੜੀ ਤੈਨੂੰ ਬਲੈਸਿੰਗ ਦਿੱਤੀ, ਜਿਹਨੇ 100% ਕਰਕੇ ਦਿਖਾਇਆ ਕਿ ਤੇਰੀ ਸਾਈਕਲ ਦੀ ਹੈਸੀਅਤ ਨਹੀਂ ਹੈ, ਮੈਂ ਗੱਡੀ ਦੀ ਹੈਸੀਅਤ ਰੱਖਦਾ। I am God। ਉਹ ਕਹਿੰਦਾ ਮੈਂ ਆ ਗॉड। ਮੂਸਾ ਨੂੰ ਪ੍ਰਭੂ ਨੇ ਕਿਹਾ, ਮੂਸਾ ਨੂੰ ਕਹਿੰਦਾ ਜਾ ਉੱਥੇ ਜਾ ਕੇ ਫਿਰੌਨ ਨੂੰ ਕਹਿ ਕੇ ਆ ਇੱਕ ਵਾਰੀ ਕਿ ਇਹ ਮੇਰੀ ਲੋਕਾਂ ਨੂੰ ਛੱਡ ਦੇ। ਉਹ ਪ੍ਰਭੂ ਮੈਂ ਨਹੀਂ ਜਾਣਦਾ। ਖੁਦਾ ਕਹਿੰਦਾ ਮੈਂ ਖੁਦਾ ਤੁਹਾਨੂੰ ਵੀ ਅੱਜ ਕਹਿੰਦਾ ਤੁਸੀਂ ਆ, ਔਰ ਤੁਹਾਡੇ ਅੰਦਰ ਮੈਂ ਆ। ਡਰਨ ਦੀ ਲੋੜ ਨਹੀਂ ਆ। 365 ਵਾਰ ਪ੍ਰਭੂ ਬਾਰ-ਬਾਰ ਕਹਿੰਦਾ ਕਿਉਂ ਡਰ ਰਿਹਾ? I am with you। ਮੈਂ ਤੇਰੇ ਨਾਲ ਆ, ਤੈਨੂੰ ਡਰਨ ਦੀ ਕੀ ਲੋੜ ਆ? I am inside। ਮੈਂ ਤੁਹਾਡੇ ਅੰਦਰ ਹੀ ਆ, ਮੈਂ ਤੁਹਾਡੇ ਨਾਲ ਹੀ ਆ। ਤੇ ਅਸੀਂ ਕਿੱਥੇ ਲੱਭਣ ਦਏ ਆ? ਅਸੀਂ ਕਿਤੇ ਹੋਰ ਹੀ ਲੱਭਣ ਦਏ ਆ। ਪਰ ਖੁਦਾ ਸਾਡੇ ਨਾਲ, ਖੁਦਾ ਸਾਨੂੰ ਹਰ ਟਾਈਮ ਕਹਿੰਦਾ ਮੈਂ ਤੇਰੇ ਨਾਲ ਹੀ ਆ, ਟੈਨਸ਼ਨ ਲੈਣ ਦੀ ਲੋੜ ਨਹੀਂ ਆ। ਕਹਿੰਦਾ ਮੇਰਾ ਪਿਤਾ ਬਾਗਵਾਨ ਆ। ਅਸੀਂ ਉਹ ਆਇਤ ਨੂੰ ਪੜ੍ਹ ਕੇ ਨਾ ਉੱਥੇ ਛੱਡ ਦਿੰਨੇ, ਉਹ ਪਿਤਾ ਬਾਗਵਾਨ ਆ, ਯਿਸੂ ਮਸੀਹ ਪੇੜ ਆ ਤੇ ਮੈਂ ਟਾਹਣੀ ਆ, ਟਾਹਣੀ ਬਣੀ ਆ, ਬਸ ਅੰਗੂਰਾਂ ਦਾ ਗੁੱਛਾ ਹੋ ਗਿਆ। ਤੇ ਅੰਗੂਰਾਂ ਦਾ ਗੁੱਛਾ ਦੇਖੋ ਸੇ ਕਿੰਨਾ ਪਾਵਰਫੁਲ ਆ। ਉਹ ਟਾਹਣੀ ਕਿੰਨੀ ਪਾਵਰਫੁਲ ਆ, ਜਿਹਦੇ ਨਾਲ ਤੁਸੀਂ ਜੁੜੇ ਆ। ਕਦੀ ਉਹ ਟਾਹਣੀ ਨੂੰ ਤੁਸੀਂ ਤੋੜ ਕੇ ਦਿਖਾਓ। ਖਾਸ ਕਰਕੇ ਅੰਗੂਰਾਂ ਦੀ ਟਾਹਣੀ ਆ, ਕਦੀ ਟੁੱਟਦੀ ਨਹੀਂ, ਉਹ ਮੁੜ ਜਾਂਦੀ ਆ, ਟੁੱਟਦੀ ਨਹੀਂ ਆ। ਤੁਹਾਡਾ ਖੁਦਾ ਟੁੱਟਣ ਵਾਲਾ ਨਹੀਂ ਆ। ਤੁਹਾਡਾ ਖੁਦਾ ਜੁੜਿਆ ਤੇ ਜੋੜਨ ਵਾਲਾ ਤੇ ਖੜਾ ਕਰਨ ਵਾਲਾ ਤੇ ਸਾਮਰਥੀ ਆ। ਉਹ ਦੇਖੋ ਇੱਕ ਦੂਏ ਦੇ ਵਿੱਚ ਕਿੱਦਾਂ ਲਪੇਟੀ ਹੁੰਦੀ ਆ, ਤੁਸੀਂ ਉਹਦੇ ਵਿੱਚ ਲਪੇਟੇ ਹੋਏ ਆ। ਕੋਈ ਦੁਨੀਆ ਦੀ ਤਾਕਤ ਤੁਹਾਨੂੰ ਤੋੜ ਨਹੀਂ ਸਕਦੀ, ਕੋਈ ਦੁਨੀਆ ਦੀ ਤਾਕਤ ਤੁਹਾਨੂੰ ਸੁੱਟ ਨਹੀਂ ਸਕਦੀ। ਉਹ ਛਾਂਗਦਾ ਹੈ। ਕਈ ਵਾਰੀ ਸਾਡੇ ਤੇ ਦੁੱਖ ਮੁਸੀਬਤ ਆਉਂਦੇ, ਅਸੀਂ ਕਹਿੰਦੇ ਓਏ ਓਏ ਰੱਬ ਨੇ ਸਾਨੂੰ ਛੱਡ ਦਿੱਤਾ। ਰੱਬ ਕਹਿੰਦਾ ਬੱਚਾ ਮੈਂ ਛੱਡਿਆ ਨਹੀਂ ਆ, ਤੈਨੂੰ ਛਾਂਗਿਆ ਆ। ਪਤਾ ਕਿਉਂ? ਮਲਟੀਪਲਾਈ ਕਰਨ ਵਾਸਤੇ, ਹੋਰ ਵਧਣ ਵਾਸਤੇ, ਹੋਰ ਜ਼ਿਆਦਾ ਬਲੈਸ ਕਰਨ ਵਾਸਤੇ ਖੁਦਾ ਤੁਹਾਨੂੰ ਕੁਛ ਨਾ ਕੁਛ ਕਰਦਾ। ਕਈ ਵਾਰੀ ਅਸੀਂ ਰੋਨੇ ਆ, ਬਿਲਕੁਲ ਕਹਿੰਦੇ ਪ੍ਰਭੂ ਇਹ ਸਾਡੇ ਨਾਲ ਹੀ ਕਿਉਂ ਹੋਇਆ? ਰੱਬ ਕਹਿੰਦਾ ਕੁਛ ਨਹੀਂ ਹੋਇਆ। ਜੁਨਾਹ ਦੀ ਤਰ੍ਹਾਂ ਨਾ ਅਸੀਂ ਵੀ ਕਈ ਵਾਰੀ ਜਲਦੀ ਦੇਖ ਕੇ ਪੇੜ ਕੁਛ ਹੋ ਗਿਆ ਤਾਂ ਹੋਏ ਪ੍ਰਭੂ ਨੇ, ਉਹ ਪ੍ਰਭੂ ਕਹਿੰਦਾ ਮੈਂ ਹੀ ਦਿੱਤਾ, ਮੈਂ ਹੀ ਲਾਇਆ, ਮੈਂ ਹੀ ਕੀਤਾ, ਤੂੰ ਕੀ ਇੱਥੇ ਕੀਤਾ? ਤੈਨੂੰ ਕਾਹਦੀ ਟੈਨਸ਼ਨ ਆ? ਇਹ ਤੋਂ ਡਬਲ ਕਰਨ ਦੀ ਮੈਂ ਸਾਮਰਥ ਰੱਖਦਾ, ਇਹ ਤੋਂ ਵੀ ਦੁੱਗਣਾ ਕਰਨ ਦੀ ਮੈਂ ਸਾਮਰਥ ਰੱਖਦਾ। ਅੱਜ ਬਹੁਤ ਸਾਰੇ ਲੋਕ ਜਿਹੜੇ ਨਾ ਆਪਣੀ ਬਲੈਸਿੰਗ ਨੂੰ ਆਪ ਹੀ ਦੁਆ ਕੇ ਬੈਠੇ ਹੋਏ ਆ। ਅੱਜ ਆਪਣੀ ਆਸ਼ੀਸ਼ ਨੂੰ ਖੁਦ ਹੀ ਦਬਾ ਕੇ ਰੱਖਿਆ ਹੋਇਆ। ਪ੍ਰਭੂ ਆਪਣੇ ਵਾਅਦਿਆਂ ਦਾ ਪੱਕਾ ਤੇ ਸੱਚਾ ਖੁਦਾ ਆ। ਜ਼ਮੀਨ ਤੇ ਅਸਮਾਨ ਟਲ ਜਾਣਗੇ,
पर खुदा दे वादे कदी नहीं टलदे। खुदा दा वादा एक भी दिखाओ जिहड़ा टल गया होवे, जिहड़ा पूरा ना होया होवे। जो ਉਹਨੇ उत्पत्ति च कहता ਉਹ ਪ੍ਰਕਾਸ਼ਿ ਚ ਵਾਕਿਆ ਤੱਕ ਅੱਜ ਤੱਕ ਪੂਰੇ ਹੈ ਤੇ ਹੁੰਦੇ ਰਹਿਣਗੇ ਤੇ ਹੋਏਗੇ। ਸਿਰਫ ਤੁਹਾਨੂੰ ਉਹ ਪ੍ਰੋਮਿਸ ਯਾਦ ਕਰਨ ਦੀ ਲੋੜ ਆ। ਉਹ ਪਰਮੇਸ਼ਰ ਨੂੰ ਸਿਰਫ ਕਹਿਣ ਦੀ ਲੋੜ ਆ, ਪ੍ਰਭੂ ਤੂੰ ਤਾਂ ਅਬਰਾਹਮ ਨਾਲ, ਇਸਾਕ ਨਾਲ, ਯਾਕੂਬ ਨਾਲ ਵਾਦਾ ਕੀਤਾ ਆ, ਆਪਣੇ ਬੇਟੇ ਯीशु ਦੇ ਨਾਲ ਵਾਦਾ ਕੀਤਾ ਆ। ਇਨ ਦਾ ਨੇਮ ਆਫ ਜੀਸਸ, ਪਰਮੇਸ਼ਰ ਨੇ ਕੀ ਕਿਹਾ, ਮੇਰੇ ਪੁੱਤਰ ਦੇ ਨਾਮ ਚ ਮੰਗੋਗੇ ਨਾ ਮੈਂ ਤੁਹਾਨੂੰ ਦਵਾਂਗਾ। ਯीशु ਮਸੀਹ ਨੇ ਕਿਹਾ ਮੇਰੇ ਨਾਮ ਚ ਤੁਸੀਂ ਪਿਤਾ ਦੇ ਕੋਲੋਂ ਮੰਗੋਗੇ ਤੇ ਦਵਾਂਗਾ। ਮੰਗਣ ਦਾ ਤੇ ਲੈਣ ਦਾ ਇੱਕ ਤਰੀਕਾ ਆ। ਮਾਂ-ਬਾਪ ਦੇ ਕਈ ਬੱਚੇ, ਮਾਂ-ਬਾਪ ਲਈ 3-2 ਬੱਚੇ ਆ ਤੇ ਉਹ ਕਈ ਵਾਰੀ ਆਪਾਂ ਕਿਸੇ ਬੱਚਾ ਕੋਈ ਮੰਗਦਾ ਵੀ ਨਹੀਂ, ਅਸੀਂ ਆਪਣੇ ਆਪ ਹੀ ਉਹਨੂੰ ਲਿਆ ਕੇ ਦਿੰਦੇ ਕੁਛ। ਉਹਦਾ ਕਾਰਨ ਕੀ ਆ? ਉਹਦੇ ਕਾਰਜ ਦੇ ਉੱਪਰ। ਪਿਆਰ ਅਸੀਂ ਸਭ ਨੂੰ ਓਨਾ ਹੀ ਕਰਦੇ ਆ। ਖੁਦਾ ਸਾਨੂੰ ਸਾਰਿਆਂ ਨੂੰ ਪਿਆਰ ਓਨਾ ਹੀ ਕਰਦਾ, ਪਰ ਅਸੀਂ ਪ੍ਰਭੂ ਨੂੰ ਪਿਆਰ ਤੇ ਉਹਨੂੰ ਕਿੰਨਾ ਜਾਣਿਆ, ਉਹਦੇ ਮੁਤਾਬਕ ਖੁਦਾ ਸਾਨੂੰ ਦੇ ਰਿਹਾ ਹੈ। ਅੱਜ ਖੁਦਾ ਉਹਦੇ ਮੁਤਾਬਕ ਸਾਨੂੰ ਬਲੈਸ ਕਰ ਰਿਹਾ। ਕਈ ਵਾਰੀ ਅਸੀਂ ਕਲਾਸਮੇਟ ਇਕੱਠੇ ਹੀ ਪੜ੍ਹੇ ਹੁੰਨੇ, ਕੋਈ ਕੁਛ ਬਣ ਜਾਂਦਾ, ਕੋਈ ਕੁਛ ਬਣ ਜਾਂਦਾ, ਕੋਈ ਉੱਥੇ ਦੇ ਉੱਥੇ ਹੀ ਰੁਲਦੇ ਰਹਿੰਦੇ ਹੁੰਦੇ ਪਿੰਡਾਂ 'ਚ ਹੀ। ਉਸ ਆਪਣੇ ਆਪ ਨੂੰ, ਉਹ ਯਾਰ ਤੂੰ ਮੇਰੇ ਨਾਲ ਪੜ੍ਹਦਾ ਹੁੰਦਾ ਸੀ ਯਾਰ, ਅੱਜ ਯਾਰ ਬੜਾ ਵਧੀਆ ਯਾਰ, ਗੱਡੀ ਤੇਰੇ ਕੋਲ ਆ, ਤੇਰੇ ਕੋਲ ਮੋਟਰਸਾਈਕਲ ਆ, ਤੇਰੇ ਤੋਂ ਬੱਚੇ ਵੀ ਆ, ਯਾਰ ਮੇਰਾ ਤਾਂ ਵਿਆਹ ਵੀ ਨਹੀਂ ਹੋਇਆ। ਕਾਰਨ ਉਹ ਖੁਦਾ ਤੋਂ ਦੂਰ ਹੁੰਦੇ, ਜਾਂ ਖੁਦਾ 'ਚ ਵੀ ਹੋਣ ਤੇ ਰੱਬ ਨੂੰ ਜਾਣਿਆ ਨਹੀਂ ਹੁੰਦਾ ਚੱਜ ਨਾਲ। ਜਿਹਨੇ ਜਾਣ ਲਿਆ ਉਹਨੇ ਰੱਬ ਦੀ ਆਸ਼ੀਸ਼ ਨੂੰ ਪਾ ਲਿਆ। ਹਾਲੇਲੂਇਆ। ਉਹਨਾਂ ਨੇ ਰੱਬ ਦੀ ਬਰਕਤ ਨੂੰ ਪਾ ਲਿਆ। ਅੱਜ ਉਹ ਲੋਕ ਆ ਜਿਹੜੇ ਖੁਦਾ ਦੇ ਵਿੱਚ ਤੁਹਾਨੂੰ ਦੇਖ ਕੇ, ਲੋਕ ਪਰਮੇਸ਼ਵਰ ਦੇ ਵਚਨ 'ਚ ਕੀ ਲਿਖਿਆ, ਲੋਕ ਤੁਹਾਨੂੰ ਦੇਖ ਕੇ ਤੁਹਾਡੇ ਖੁਦਾ ਦੀ ਮਹਿਮਾ ਕਰਨਗੇ, ਯਾਕੂਬ ਦੇ ਘਰਾਣੇ ਦੀ ਮਹਿਮਾ ਕਰਨਗੇ। ਯਾਕੂਬ ਦਾ ਨਾਮ ਕਿਉਂ? ਕਿਉਂਕਿ ਇਸਰਾਇਲ ਉਹ ਆ, ਬਲੈਸਡ ਉਹ ਆ। ਖੁਦਾ ਨੇ ਉਹਨੂੰ ਡਬਲ ਪੋਰਸ਼ਨ ਦੇ ਕੇ ਆਸ਼ੀਸ਼ ਦਿੱਤੀ ਹੋਈ ਆ, ਡਬਲ ਪਾਵਰ ਦੇ ਕੇ ਆਸ਼ੀਸ਼ ਦਿੱਤੀ ਹੋਈ। ਲੋਕਾਂ ਨੂੰ ਇੱਕ ਪਤਨੀ ਨਹੀਂ ਜੋੜਦੀ, ਉਹਨੂੰ 2-2 ਰੱਬ ਨੇ ਗਿਫਟ ਹੀ ਕਰ ਦਿੱਤੀਆਂ। ਲੈ ਵੇ, ਇੱਕ ਬੱਚੇ ਲਈ ਰੋ ਰਹੇ ਸੀ ਉਹਨਾਂ ਦੇ ਘਰਾਣੇ 'ਚ, ਉਹਨੇ ਰੱਬ ਨੇ ਉਹਨੂੰ 12 ਦੇ ਦਿੱਤੇ। ਇਸੇ ਕਰਕੇ ਖੁਦਾ ਦੇ ਨਾਮ 'ਚ ਕੀ ਕਹਿੰਦੇ, ਅਬਰਾਹਮ, ਇਸਾਕ, ਯਾਕੂਬ ਦੇ ਖੁਦਾ। ਉਹ ਯਾਕੂਬ ਬਲੈਸਡ ਪਰਸਨ ਆ। ਅੱਜ ਸਾਡੇ ਲਈ ਇੱਕ ਕਹਾਣੀ ਨਹੀਂ ਆ, ਸਾਡੇ ਲਈ ਉਹ ਆਸ਼ੀਸ਼ ਆ। ਉਹ ਆਸ਼ੀਸ਼ ਦਾ ਕਾਰਨ ਕਿੱਦਾਂ ਬਣੇ? ਕਿਉਂਕਿ ਅਸੀਂ ਉਹ ਖੁਦਾ ਨੂੰ ਜਾਣਿਆ ਆ। ਅੱਜ ਉਹ ਖੁਦਾ ਨੂੰ ਜਾਣਨ ਵਿੱਚ ਰੱਬ ਨੇ ਸਾਨੂੰ ਡਬਲ ਸਾਮਰਥ ਦਿੱਤੀ ਹੈ। ਖੁਦਾ ਕਹਿੰਦਾ ਫਲਦਾਰ 100 ਗੁਣਾ ਫਲ ਦਵੋਗੇ। ਦਵੋਗੇ ਕਦੋਂ? ਜਦੋਂ ਮੇਰੇ ਵਿੱਚ ਕਨੈਕਟ ਹੋਵੋਗੇ, ਜਦੋਂ ਮੇਰੇ ਵਿੱਚ ਜੁੜੋਗੇ। ਹੁਣ ਖੁਦਾ ਵਿੱਚ ਜੁੜਨ ਦਾ ਤਰੀਕਾ ਕੀ ਆ? ਉਹ ਸਾਡੇ ਕੋਲ ਕੁਝ ਨਹੀਂ ਮੰਗਦਾ, ਉਹ ਸਾਡੇ ਤੋਂ ਮੰਗਦਾ ਸਿਰਫ ਟਾਈਮ। ਤੁਸੀਂ ਖੁਦਾ ਨਾਲ ਟਾਈਮ ਸਪੈਂਡ ਕਰੋ, ਖੁਦਾ ਤੁਹਾਨੂੰ ਖਾਕ ਚੋਂ ਚੁੱਕ ਕੇ ਪਤਵੰਤਾ 'ਚ ਬਿਠਾਉਣ ਦੀ ਸਾਮਰਥ ਰੱਖਦਾ ਆ। ਕੋਈ ਆਮੀਨ ਬੋਲ ਸਕਦਾ? ਆਮੀਨ, ਆਮੀਨ, ਹਾਲੇਲੂਇਆ। ਹਾਲੇਲੂਇਆ, ਉਹ ਖਾਕ ਵਿੱਚੋਂ ਚੁੱਕ ਕੇ ਨਾ ਪਤਵੰਤਾ 'ਚ ਬਿਠਾਉਂਦਾ। ਉਹ ਕਹਿੰਦਾ ਮੈਂ ਨਾ ਅੰਨ ਬਲੀ ਤੋਂ, ਨਾ ਮੇਲ ਬਲੀ ਤੋਂ, ਨਾ ਪਾਪ ਬਲੀ ਤੋਂ ਮੈਂ ਖੁਸ਼ ਨਹੀਂ ਹੁੰਦਾ ਇਹਨਾਂ ਤੋਂ। ਮੈਂ ਖੁਸ਼ ਹੁਣਾ, ਤੁਹਾਡਾ ਵਿਸ਼ਵਾਸ ਮੈਨੂੰ ਖੁਸ਼ ਕਰ ਸਕਦਾ ਤੇ ਜਾਂ ਤੁਹਾਡਾ ਟਾਈਮ ਖੁਦਾ ਨੂੰ ਸਪੈਂਡ ਕਰਨ ਵਾਲਾ। ਅਬਰਾਹਮ ਪਰਮੇਸ਼ਵਰ ਦੇ ਨਾਲ ਟਾਈਮ ਬਤੀਤ ਕਰ ਰਿਹਾ ਸੀ। ਦਾਊਦ ਖੁਦਾ ਦੇ ਨਾਲ ਭੇਡਾਂ ਚਾਰਦੇ ਕਰਦੇ ਗੀਤ, ਵਰਸ਼ਿਪ, ਆਰਾਧਨਾ, ਟਾਈਮ ਸਪੈਂਡ ਕਰ ਰਿਹਾ ਸੀ। ਟਾਈਮ ਸਪੈਂਡ ਕਰਦੇ ਕਰਦੇ ਵਿਸ਼ਵਾਸ ਦੇ ਵਿੱਚ ਇੰਨਾ ਕੁ ਸਾਮਰਥ ਹੀ ਨਿਕਲਿਆ ਤੇ ਦਾਊਦ ਹੀ ਕਹਿੰਦਾ ਖੁਦਾ ਨੇ ਮੈਨੂੰ ਖਾਕ 'ਚ ਚੁੱਕਿਆ ਤੇ ਪਤਵੰਤਾ 'ਚ ਬਿਠਾਤਾ। ਖੁਦਾ ਤੁਹਾਨੂੰ ਖਾਕ ਵਿੱਚੋਂ ਚੁੱਕ ਕੇ ਰਾਜਾ ਬਣਾਉਣ ਦੀ ਸਾਮਰਥ ਰੱਖਦਾ ਆ। ਖੁਦਾ ਤੁਹਾਨੂੰ ਖਾਕ 'ਚ ਚੁੱਕ ਕੇ ਤੇ ਵੱਡੀ ਪਦਵੀ ਤੇ ਖੜਾ ਕਰਨ ਦੀ ਸਾਮਰਥ ਰੱਖਦਾ। ਤੁਹਾਨੂੰ ਤੇ ਮੈਨੂੰ ਅੱਜ ਅਗਰ ਇੱਥੇ ਬੈਠੇ ਆ ਵਿਦੇਸ਼ਾਂ 'ਚ, ਇਹ ਖੁਦਾ ਦਾ ਪ੍ਰੋਮਿਸ ਹੈ ਕਿ ਮੈਂ ਤੁਹਾਨੂੰ ਧਰਤੀ ਦੇ ਸ਼ੋਰ ਤੱਕ ਤੁਹਾਨੂੰ ਗਵਾਹ ਬਣਾਵਾਂਗਾ। ਇਹ ਬਲੈਸਿੰਗ ਹੈ ਤੁਹਾਡੇ ਤੇ, ਇਹ ਤੁਹਾਡੇ ਤੇ ਆਸ਼ੀਸ਼ ਆ ਖੁਦਾ ਦੀ। ਜੇ ਤੁਸੀਂ ਆਪਣੇ ਘਰੋਂ ਬਾਹਰ ਜਾ ਕੇ ਕੁਝ ਕਰ ਰਹੇ ਤੇ ਇਹਦਾ ਮਤਲਬ ਖੁਦਾ ਨੇ ਤੁਹਾਨੂੰ ਕੁਝ ਆਪਣੇ ਮਕਸਦ ਲਈ ਚੁਣ ਲਿਆ ਤੇ ਕਰ ਰਿਹਾ ਆ। ਪਰ ਉਹਦੇ ਵਿੱਚ ਵਧਣ ਦੇ ਲਈ ਤੁਹਾਨੂੰ ਕੁਝ ਕਰਨਾ ਪੈਣਾ, ਮਲਟੀਪਲਾਈ ਹੋਣੇ ਪੈਣਾ, ਹੋਰ ਜ਼ਿਆਦਾ ਖੁਦਾ ਦੇ ਵਿੱਚ ਟਾਈਮ ਸਪੈਂਡ ਕਰਨੇ ਪੈਣਾ ਖੁਦਾ ਦੇ ਨਾਲ। ਜਦੋਂ ਖੁਦਾ ਨਾਲ ਟਾਈਮ ਸਪੈਂਡ ਕਰੋਗੇ ਨਾ, ਫਿਰ ਤੁਸੀਂ ਦੁਨੀਆ ਵਰਗੇ ਨਹੀਂ ਰਹੋਗੇ, ਖੁਦਾ ਵਰਗੇ ਦਿਸਣੇ ਸ਼ੁਰੂ ਹੋ ਜਾਓਗੇ। ਲੋਕ ਤੁਹਾਨੂੰ ਕਹੇਗਾ ਯਾਰ ਵਾਕਈ ਪ੍ਰਭੂ ਦੀ ਸਾਮਰਥ ਆ ਯਾਰ ਤੇਰੇ ਤੇ, ਵਾਕਈ ਤੇਰੀਆਂ ਗੱਲਾਂ ਦੇ ਵਿੱਚ ਪ੍ਰਭੂ ਦੀ ਪਾਵਰ ਆ। ਕਿਉਂ? ਜਦੋਂ ਪ੍ਰਭੂ ਦੇ ਨਾਲ ਤੁਹਾਡਾ ਸੰਬੰਧ ਹੋਏਗਾ, ਜਦੋਂ ਪ੍ਰਭੂ ਦੇ ਨਾਲ ਤੁਹਾਡਾ ਰਿਲੇਸ਼ਨ ਹੋਏਗਾ, ਖੁਦਾ ਤੁਹਾਡੇ ਅੰਦਰ ਹੋ ਕੇ ਬੋਲਣਾ ਸ਼ੁਰੂ ਕਰ ਦੇਗਾ ਤੇ ਪ੍ਰੋਫਿਟ ਪ੍ਰਭੂ ਦਾ ਮੂੰਹ ਬਣ ਜਾਣਗੇ।
ਤੁਸੀਂ ਪਰਮੇਸ਼ਵਰ ਦੇ ਵਰਗੇ, ਯਿਸੂ ਮਸੀਹ ਨੇ ਕਿਹਾ ਜਿਹੜਾ ਮੇਰੇ ਉੱਤੇ ਵਿਸ਼ਵਾਸ ਕਰੇਗਾ ਉਹ ਮੇਰੇ ਨਾਲੋਂ ਵੀ ਵੱਡੇ ਕੰਮ ਕਰਨੇ ਸ਼ੁਰੂ ਕਰ ਦੇਗਾ। ਤਾਂ ਗॉड ਪਰਮੇਸ਼ਵਰ ਦੇ ਨਾਲ ਤੁਹਾਡਾ ਸਾਮਰਥੀ ਹੱਥ ਹੋ ਗਿਆ। ਖੁਦਾ ਦੇ ਵਰਗੇ ਤੁਸੀਂ ਦੇਖੇ ਕਿਉਂਕਿ ਖੁਦਾ ਨੇ ਤੁਹਾਨੂੰ ਆਪਣੇ ਸਰੂਪ ਤੇ ਬਣਾਇਆ। ਤੇ ਇੱਥੇ ਲਿਖਿਆ ਸੀ ਮੇਰਾ ਪਿਤਾ ਕੀ ਆ, ਬਾਗਵਾਨ ਆ ਔਰ ਮੈਂ ਸੱਚੀ ਅੰਗੂਰਾਂ ਦੀ ਬੇਲ ਆ ਔਰ ਤੁਸੀਂ ਟਾਹਣੀਆਂ ਆ। ਜਿਹੜੀ ਟਾਹਣੀ ਮੇਰੇ ਵਿੱਚ ਰਹੂਗੀ ਉਹੀ 100 ਫਲਵੰਤ ਹੋਏਗੀ। ਤੇ ਖੁਦਾ ਨੇ 100 ਫਲਵੰਤ ਜਿਹੜਾ ਮਲਟੀਪਲਾਈ ਹੈ ਸ਼ੁਰੂ ਤੋਂ ਹੀ ਆ। ਮੈਂ ਹੋਰ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿ ਪਰਮੇਸ਼ਵਰ ਨੇ ਕਿੱਦਾਂ ਡਬਲ ਟ੍ਰਿਪਲ ਚੀਜ਼ਾਂ ਨੂੰ ਆਸ਼ੀਸ਼ ਕੀਤਾ। ਹੋਰ ਵੀ ਬਾਈਬਲ ਚ ਬਹੁਤ ਸਾਰੇ ਐਗਜ਼ਾਮਪਲ ਆ। ਖੁਦਾ ਨੇ ਬਿਲਕੁਲ ਜ਼ੀਰੋ ਤੋਂ ਖੁਦਾ ਨੇ ਹੀਰੋ ਬਣਾ ਦਿੱਤਾ। ਚੇਲਿਆਂ ਨੂੰ ਦੇਖੋ ਤੇ ਪਰਮੇਸ਼ਵਰ ਨੇ ਕਿੱਥੋਂ ਚੱਕਿਆ ਤੇ ਕਿੱਥੇ ਪ੍ਰਭੂ ਲੈ ਗਿਆ। ਅੱਜ ਤੁਹਾਨੂੰ ਤੇ ਮੈਨੂੰ ਖੁਦਾ ਨੇ ਕਿੱਥੋਂ ਚੱਕਿਆ ਤੇ ਕਿੱਥੇ ਲੈ ਗਿਆ। ਇਹ ਗ੍ਰੇਸ ਆ ਔਰ ਮਲਟੀਪਲਾਈ ਆ ਔਰ ਬਲੈਸਡ ਆ। ਆਪਣੀ ਬਲੈਸਿੰਗ ਨੂੰ ਹਮੇਸ਼ਾ ਪ੍ਰਭੂ ਦੇ ਨਾਲ ਬਣਾਈ ਰੱਖੋ ਤੇ ਖੁਦਾ ਦੇ ਵਿੱਚ ਮਜ਼ਬੂਤ ਬਣੋ ਕਿਉਂਕਿ ਤੁਸੀਂ 100% ਖੁਦਾ ਨੇ ਤੁਹਾਨੂੰ ਬਲੈਸ ਕਰਕੇ ਖੜਾ ਕੀਤਾ ਹੋਇਆ। ਆਪਣੀ ਬਲੈਸਿੰਗ ਤੇ ਕਦੀ ਸ਼ੱਕ ਨਾ ਕਰੋ। ਹਮੇਸ਼ਾ ਬੋਲੋ ਮੈਂ blessed ਹਾਂ। ਤੁਸੀਂ ਸ਼ਰਾਬੀ ਤੇ ਨਹੀਂ ਆ। ਸ਼ਰਾਬ ਯਿਸੂ ਨੇ ਤੋੜ ਦਿੱਤੇ ਆ। ਉਹ ਅਮੀਰ ਸੀਗਾ ਤੁਹਾਡੇ ਤੇ ਮੇਰੇ ਲਈ ਗਰੀਬ ਬਣ ਗਿਆ ਤਾਂ ਕਿ ਤੁਸੀਂ ਤੇ ਮੈਂ ਅਮੀਰ ਬਣੀਏ। ਅੱਜ ਜੋ ਖੁਦਾ ਤੁਹਾਨੂੰ ਸਾਮਰਥੀ ਤੇ ਪਾਵਰਫੁਲ ਬਣਾਉਣਾ ਚਾਹੁੰਦਾ। ਖੁਦਾ ਇਸ ਵਚਨ ਤੇ ਤੁਹਾਨੂੰ ਤੇ ਮੈਨੂੰ ਬੜੀ ਆਸ਼ੀਸ਼ ਦੇ। ਗॉड ਬlesਸ ਯੂ। ਜੈ ਮਸੀਹ ਦੀ ਸਭ ਨੂੰ। ਜੀ ਆਮੇਨ ਆਮੇਨ। ਸੋ ਸਾਡੇ ਨਾਲ ਪ੍ਰਭੂ ਦੇ ਦਾਸ ਪਾਸਟਰ ਕੁਲਦੀਪ ਜੀ ਨੇ, ਸੋ ਉਹਨਾਂ ਨਾਲ ਮਿਲ ਕੇ ਇਸ ਬਹੁਤ ਹੀ ਬਲੈਸਡ ਵਚਨ ਵਾਸਤੇ ਪ੍ਰਾਰਥਨਾ ਕਰਾਂਗੇ।